ਘਰ ਆਨੰਦ ਹਮਾਰਾ ਰਹਾਉ, ਅੰਤਰ ਜਾਮੀ ਕਰਨ ਹਾਰਾ, ਸੋਈ ਖਸਮ ਹਮਾਰਾ। ਨਿਰਭਉ ਭੈ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈਪੀ ਹੋਵਣ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੇ ਪ੍ਰੀਤ ਪਿਆਰਾ। ਵੱਡੇ ਵਡਿਆਈ ਅਚਰਜ ਸੁਭਾ, ਕਾਰਜ ਆਇਆ ਰਸੇ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵੱਡੇ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਸੇ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਕਰੋ ਦਇਆ, ਤੁਮ ਕਰੋ ਦਇਆ, ਤੁਮ ਕਰੋ ਦਇਆ ਮੇਰੇ ਸਾਈਂ। ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ, ਸਦਾ ਸਦਾ ਤੁਧ ਧਿਆਈ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਨੰਦ ਗੁਣੀ ਨਿਦਾਨ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ। ਆਓ ਸਾਰੀਆਂ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੋ। ਕੀਰਤਨ ਦਰਬਾਰ ਸਜ ਚੁੱਕੇ ਹਨ। ਮਹਾਂਪੁਰਸ਼ ਵੀ ਥੋੜ੍ਹੇ ਜਿਹੇ ਸਮੇਂ ਤੱਕ ਪਹੁੰਚ ਰਹੇ ਹਨ। ਸਾਰੀਆਂ ਸੰਗਤਾਂ, ਨਗਰ ਨਿਵਾਸੀ, ਦੂਰੋਂ ਨੇੜਿਓਂ ਜੋ ਵੀ ਸੰਗਤਾਂ, ਆਓ ਦਰਬਾਰ ਦੇ ਅੰਦਰ ਪਹੁੰਚੋ। ਰੱਬੀ ਗੁਰਬਾਣੀ ਸਰਵਣ ਕਰਕੇ ਆਪਾਂ ਆਪਣਾ ਮਨੁੱਖਾ ਜੀਵਨ ਸਫਲ ਕਰੀਏ। ਆਓ ਸਾਰੇ ਹੀ ਇੱਕ ਵਾਰੀ ਕਰੋ ਰਸਨਾ ਨੂੰ ਪਵਿੱਤਰ ਤੇ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਓ ਕੀਰਤਨ ਆਰੰਭ ਹੈ। ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ
ਤੇਰਾ ਨਾਮ ਵਖਰ ਵਪਾਰ ਜੀਓ। ਤੇਰਾ ਨਾਮ ਵਖਰ ਵਪਾਰ ਜੀਓ। ਮੈਂ ਬਨ ਜਾਰਨ ਰਾਮ ਕੇ, ਮੈਂ ਬਨ ਜਾਰਨ ਰਾਮ ਕੇ। ਹਰਣੀ ਹੋਆ ਬਨ ਬਸਾ, ਕੰਦ ਮੂਲ ਚੁਣ ਖਾਓ। ਹਰਣੀ ਹੋਆ ਬਨ ਬਸਾ, ਕੰਦ ਮੂਲ ਚੁਣ ਖਾਓ। ਗੁਰ ਪ੍ਰਸਾਦੀ ਮੇਰਾ ਸੋ ਮਿਲੈ, ਵਾਰ ਵਾਰ ਹੋ ਜਾਓ ਜਿਉ, ਜਾਓ ਜਿਉ। ਤੇਰਾ ਨਾਮ ਵਖਰ ਵਪਾਰ ਜੀਓ। ਤੇਰਾ ਨਾਮ ਵਖਰ ਵਪਾਰ ਜੀਓ। ਮੈਂ ਬਨ ਜਾਰਨ ਰਾਮ ਕੇ, ਮੈਂ ਬਨ ਜਾਰਨ ਰਾਮ ਕੇ। ਕੋਕਿਲ ਹੋਵਾ ਅੰਬ ਬਸਾ, ਸਹਜ ਸ਼ਬਦ ਵਿਚਾਰ। ਕੋਕਿਲ ਹੋਵਾ ਅੰਬ ਬਸਾ, ਸਹਜ ਸ਼ਬਦ ਵਿਚਾਰ। ਸਹਜ ਸੁਭਾਏ ਮੇਰਾ ਸੋ ਮਿਲੈ, ਦਰਸ਼ਨ ਰੂਪ ਅਪਾਰ। ਤੇਰਾ ਨਾਮ ਵਖਰ ਵਪਾਰ ਜੀਓ। ਨਾਮ ਵਪਾਰ ਜੀਓ। ਤੇਰਾ ਨਾਮ ਵਖਰ ਵਪਾਰ ਜੀਓ। ਮੈਂ ਬਨ ਜਾਰਨ ਰਾਮ ਕੇ, ਮੈਂ ਬਨ ਜਾਰਨ ਰਾਮ ਕੇ। ਤੇਰਾ ਨਾਮ ਵਖਰ ਵਪਾਰ ਜੀਓ। ਨਾਮ ਵਖਰ ਵਪਾਰ ਜੀਓ। ਮੈਂ ਬਨ ਜਾਰਨ ਰਾਮ ਕੇ, ਮੈਂ ਬਨ ਜਾਰਨ ਰਾਮ ਕੇ। ਮਛਲੀ ਹੋਵਾ ਜਲ ਵਸਾ, ਜੀ ਜੰਤ ਸਭ ਸਾ। ਮਛਲੀ ਹੋਵਾ ਜਲ ਵਸਾ, ਜੀ ਜੰਤ ਸਭ ਸਾ। ਔਰ ਵਾਰ ਪਾਰ ਮੇਰਾ ਸੋ ਵਸੈ, ਹਉ ਮਿਲਹੁਗੀ ਬਾ
ਤੇਰਾ ਨਾਮ ਵਖਰ ਵਪਾਰ ਜੀਓ, ਨਾਮ ਵਖਰ ਵਪਾਰ ਜੀਓ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ। ਤੇਰਾ ਨਾਮ ਵਖਰ ਵਪਾਰ ਜੀਓ, ਨਾਮ ਵਖਰ ਵਪਾਰ ਜੀਓ, ਤੇਰਾ ਨਾਮ ਵਖਰ ਵਪਾਰ ਜੀਓ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ। ਨਾਗਨ ਹੋਵਾ ਧਰ ਵਸਾ, ਨਾਗਨ ਹੋਵਾ ਧਰ ਵਸਾ, ਸ਼ਬਦ ਵਸੈ ਭਉ ਜਾਏ, ਸ਼ਬਦ ਵਸੈ ਭਉ ਜਾਏ। ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਤੇਰਾ ਨਾਮ ਵਖਰ ਵਪਾਰ ਜੀਓ, ਨਾਮ ਵਖਰ ਵਪਾਰ ਜੀਓ, ਤੇਰਾ ਨਾਮ ਵਖਰ ਵਪਾਰ ਜੀਓ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ। ਤੇਰਾ ਨਾਮ ਵਖਰ ਵਪਾਰ ਜੀਓ, ਨਾਮ ਵਖਰ ਵਪਾਰ ਜੀਓ, ਤੇਰਾ ਨਾਮ ਵਖਰ ਵਪਾਰ ਜੀਓ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ, ਮੈਂ ਬਨ ਜਾਰਨ ਰਾਮ ਕੀ। ਰਾਮ ਕੀ ਵਾਹਿਗੁਰੂ। ਮਿਹਰਬਾਨ ਸਾਹਿਬ ਮਿਹਰਬਾਨ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇਹਦਾ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹਦਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹਦਾਨ ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ
ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ। ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ। ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ, ਘਟ ਘਟ ਮਾਲਕ ਦਿਲਾਂ ਕਾ, ਸਰਬਤਗਾਰ। ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਮੇਹਰਵਾਨ ਸਾਹਿਬ ਮੇਹਰਵਾਨ, ਮੇਹਰਵਾਨ ਸਾਹਿਬ ਮੇਹਰਵਾਨ। ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਕੁਦਰਤ ਕੀਮ ਨਾ ਜਾਣੀਐ, ਵੱਡਾ ਵੇ ਪਰਵਾਹੋ। ਕੁਦਰਤ ਕੀਮ ਨਾ ਜਾਣੀਐ, ਵੱਡਾ ਵੇ ਪਰਵਾਹੋ। ਕੁਦਰਤ ਕੀਮ ਨਾ ਜਾਣੀਐ, ਵੱਡਾ ਵੇ ਪਰਵਾਹ। ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ। ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਮੇਹਰਵਾਨ ਸਾਹਿਬ ਮੇਹਰਵਾਨ, ਮੇਹਰਵਾਨ ਸਾਹਿਬ ਮੇਹਰਵਾਨ।
ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਤੂੰ ਸਮਰਾਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ। ਤੂੰ ਸਮਰਾਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ, ਸਾਹਿਬ ਮੇਰਾ ਮੇਹਰਵਾ। ਮੇਹਰਵਾਨ ਸਾਹਿਬ ਮੇਹਰਵਾਨ, ਸਾਹਿਬ ਮੇਰਾ ਮੇਹਰਵਾ, 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 ਸਾਹਿਬ ਮੇਰਾ ਸਾਰੇ ਜਪੋ। ਉਹ ਪਰਮੇਸ਼ਰ ਪ੍ਰਮਾਤਮਾ ਆਪਣੇ ਪਿਆਰਿਆਂ ਦੀ, ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਪੈਜ ਆਪ ਰੱਖਦਾ ਹੈ। ਸੰਤਾਂ ਕੀ ਓਟ ਤੋਂ ਹਰ ਸੱਚਾ ਸਿਰਜਣਹਾਰਾ, ਸਿਰਜਣਹਾਰਾ ਜਿਹਨੇ ਸਾਰਾ ਸੰਸਾਰ ਸਿਰਜਿਆ, ਤੇ ਆਪਾਂ ਉਹਨੂੰ ਯਾਦ ਕਰ ਰਹੇ ਹਾਂ। ਸਾਰਿਆਂ ਨੇ ਮਨ ਜੋੜਨਾ, ਕਿਉਂਕਿ ਇਹ ਸ਼ਬਦ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੇਹਰਾਂ ਦੇ ਸਾਈਂ, ਉਹ ਬੜਾ ਵੱਡਾ, ਜਿਹਦਾ ਕੋਈ ਅੰਤ ਨਹੀਂ। ਆਓ ਸਾਰੇ ਹੀ ਉਹਨਾਂ ਨੂੰ ਜਪੀਏ, ਜਿਨ੍ਹਾਂ ਨੇ ਸਾਰੇ ਸੰਸਾਰ ਤੇ ਕਿਰਪਾ ਕੀਤੀ, ਮਾਲਕ ਪਰਮੇਸ਼ਰ ਪਰਮਾਤਮਾ ਨੇ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਆਧਾਰਾ। ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਆਧਾਰਾ।
ਤਾਪ ਗਿਆ ਸੰਸਾਰਾ, ਤਾਪ ਗਿਆ ਸੰਸਾਰਾ, ਤਾਪ ਗਿਆ ਸੰਸਾਰਾ, ਤਾਪ ਗਿਆ ਸੰਸਾਰਾ, ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸੱਚ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਜ਼ੀਨਿਆ, ਸੱਚ ਤੇਰਾ ਪਸਾਰਾ, ਸੱਚ ਤੇਰੇ ਖਜ਼ੀਨਿਆ, ਸੱਚ ਤੇਰਾ ਪਸਾਰਾ, ਸੱਚ ਤੇਰਾ ਪਸਾਰਾ, ਸੱਚ ਤੇਰਾ ਪਸਾਰਾ, ਸੱਚ ਤੇਰਾ ਪਸਾਰਾ, ਸੱਚ ਤੇਰਾ ਪਸਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ, ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ। ਹਾਂ ਕੁਰਬਾਨੀ ਤੇਰਾ ਸੇਵਕਾ, ਜਿਨ ਹਰ ਨਾਮ ਪਿਆਰਾ। ਹਾਂ ਕੁਰਬਾਨੀ ਤੇਰਾ ਸੇਵਕਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ।
ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸਭ ਇੱਛਾ ਪੂਰੀਆ, ਜਾ ਪਾਇਆ ਅਗਮ ਅਪਾਰਾ। ਸਭ ਇੱਛਾ ਪੂਰੀਆ, ਜਾ ਪਾਇਆ ਅਗਮ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਾ, ਤੇਰੇ ਚਰਨਾਂ ਕੋ ਬਲਿਹਾਰਾ, ਤੇਰੇ ਚਰਨਾਂ ਕੋ ਬਲਿਹਾਰਾ, ਤੇਰੇ ਚਰਨਾਂ ਕੋ ਬਲਿਹਾਰਾ, ਤੇਰੇ ਚਰਨਾਂ ਕੋ ਬਲਿਹਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। ਵਾਹਿਗੁਰੂ। ਤੂੰ ਦਾਨਾ ਸਾਹਿਬ ਸਿਰ ਮੇਰਾ, ਤੂੰ ਦਾਨਾ ਸਾਹਿਬ ਸਿਰ ਮੇਰਾ, ਤੂੰ ਦਾਨਾ ਸਾਹਿਬ ਸਿਰ ਮੇਰਾ। ਖਿਦਮਤ ਕਰੀ ਜਨ ਬੰਦਾ ਤੇਰਾ, ਖਿਦਮਤ ਕਰੀ ਜਨ ਬੰਦਾ ਤੇਰਾ, ਤੂੰ ਦਾਨਾ
ਸਖੀ ਸਹੇਲੀ ਗਰਭ ਗਹੇਲੀ ਸਖੀ ਸਹੇਲੀ ਗਰਭ ਗਹੇਲੀ ਸੁਣ ਸਕੀ ਇੱਕ ਬਾਤ ਸਹੇਲੀ ਸੁਣ ਸਕੀ ਇੱਕ ਬਾਤ ਸਹੇਲੀ ਤੂੰ ਦਾਨਾ ਸਾਹਿਬ ਸਿਰ ਮੇਰਾ ਬੰਦਾ ਤੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਤੂੰ ਦਾਨਾ ਸਾਹਿਬ ਸਿਰ ਮੇਰਾ ਤੂੰ ਦਾਨਾ ਸਾਹਿਬ ਸਿਰ ਮੇਰਾ ਜੋ ਮੈਂ ਬੇਦਨ ਸਾ ਕਿਛ ਆਖਾਂ ਮਾਈ ਜੋ ਮੈਂ ਬੇਦਨ ਸਾ ਕਿਛ ਆਖਾਂ ਮਾਈ ਹਰ ਬਿਨ ਜਿਉ ਨ ਰਹਿ ਕੈਸੇ ਰਾਖਾਂ ਮਾਈ ਹਰ ਬਿਨ ਜਿਉ ਨ ਰਹਿ ਕੈਸੇ ਰਾਖਾਂ ਮਾਈ ਤੂੰ ਦਾਨਾ ਸਾਹਿਬ ਸਿਰ ਮੇਰਾ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਤੂੰ ਦਾਨਾ ਸਾਹਿਬ ਸਿਰ ਮੇਰਾ ਤੂੰ ਦਾਨਾ ਸਾਹਿਬ ਸਿਰ ਮੇਰਾ ਹਾਂ ਦੁਹਾਗਣ ਖਰੀ ਰਜਾਣੀ ਹਾਂ ਦੁਹਾਗਣ ਖਰੀ ਰਜਾਣੀ ਗਿਆ ਸੋ ਜੋਬਨ ਤਨ ਪਛਤਾਣੀ ਗਿਆ ਸੋ ਜੋਬਨ ਤਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਤੂੰ ਦਾਨਾ
ਸਾਹਿਬ ਸਿਰ ਮੇਰਾ। ਖਿਦਮਤ ਕਰੀ ਜਨ ਬੰਦਾ ਤੇਰਾ। ਖਿਦਮਤ ਕਰੀ ਜਨ ਬੰਦਾ ਤੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਗੁਣ ਨਿਦਾਨ ਸਾਹਿਬ ਪ੍ਰਭ ਮੇਰਾ। ਸਰਣ ਪਿਆ ਨਾਨਕ ਸੁਹੇਲਾ। ਸਰਣ ਪਿਆ ਨਾਨਕ ਸੁਹੇਲਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਖਿਦਮਤ ਕਰੀ ਜਨ ਬੰਦਾ ਤੇਰਾ। ਖਿਦਮਤ ਕਰੀ ਜਨ ਬੰਦਾ ਤੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। ਵਾਹਿਗੁਰੂ। ਗੁਰੂ ਦੇ ਪਾਵਨ ਚਰਨਾਂ 'ਚ ਆਓ ਸਾਰੇ ਹੀ। ਜਥਾ ਵੀ ਪਹੁੰਚ ਚੁੱਕਾ ਹੈ। ਕੇਵਲ ਥੋੜੇ ਜਿਹੇ ਸਮੇਂ ਤੱਕ ਉਹ ਵੀ ਹਾਜ਼ਰੀ ਭਰਨਗੇ। ਉਧਰ ਮਹਾਂਪੁਰਸ਼ ਵੀ ਪਹੁੰਚ ਰਹੇ ਹਨ। ਆਓ ਸਾਰੀਆਂ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਦਰਬਾਰ ਦੇ ਅੰਦਰ ਆ ਕੇ ਬੈਠੋ। ਹਾਜ਼ਰੀ ਲਵਾਣਾ ਕਰੋ, ਕਿਉਂਕਿ ਇਹ ਇੱਕ ਸੱਚਾ ਦਰਬਾਰ ਹੈ ਜਿੱਥੇ ਕੇਵਲ ਸੱਚ ਦੀ ਗੱਲ ਹੁੰਦੀ ਹੈ। ਤੇ ਆਓ ਆਪਾਂ ਸੱਚ ਦੀ ਗੱਲ ਸੁਣਨ ਵਾਸਤੇ ਆਏ ਹਾਂ। ਜਦੋਂ ਸਾਡਾ ਮਨ ਸੱਚ ਦੇ ਨਾਲ ਜੁੜ ਗਿਆ, ਉਦੋਂ ਸਮਝੋ ਆਪਾਂ ਗੁਰੂ ਦੇ ਬਣ ਗਏ। ਆਓ ਸੱਚ ਨੂੰ ਪਛਾਣਨਾ ਹੈ। ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਆਪਾਂ ਸਰਵਣ ਕਰਨੇ ਹਨ। ਮਹਾਂਪੁਰਸ਼ ਵੀ ਪਹੁੰਚਣ ਵਾਲੇ ਹਨ। ਜਥਾ ਪਹੁੰਚ ਗਿਆ ਹੈ। ਆਓ ਕੇਵਲ ਇੱਕ ਸ਼ਬਦ ਦੀ ਹੋਰ ਹਾਜ਼ਰੀ। ਇਸੇ ਤਰ੍ਹਾਂ ਉਪਰੰਤ ਮਹਾਂਪੁਰਸ਼ ਪਹੁੰਚ ਗਏ ਹਨ, ਉਹ ਵੀ ਹਾਜ਼ਰੀ ਲਵਾਉਣਗੇ। ਹਰ ਬਿਸਰਤ ਸਦਾ ਖੁਆਰੀ। ਹਰ ਬਿਸਰਤ ਸਦਾ ਖੁਆਰੀ। ਹਰ ਬਿਸਰਤ ਸਦਾ ਖੁਆਰੀ। ਹਰ ਬਿਸਰਤ ਸਦਾ ਖੁਆਰੀ। ਕਾਂਕੋ ਤੁਖਾ ਕਹਾਂ ਬਿਆਪੈ। ਕਾਂਕੋ ਤੁਖਾ ਕਹਾਂ ਬਿਆਪੈ। ਕਾਂਕੋ ਤੁਖਾ
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ। बिन सिमरन जो जीवन बलना, सर्प जैसे अर जारी। बिन सिमरन जो जीवन बलना, सर्प जैसे अर जारी। नव खंडन को राज कमावे, अंत चले गोहारी। नव खंडन को राज कमावे, अंत चले गोहारी, अंत चले गोहारी, अंत चले गोहारी। हर बिसरत सदा खुआरी, हर बिसरत सदा खुआरी, हर बिसरत सदा खुआरी, हर बिसरत सदा खुआरी। ताको धोखा कहाँ व्यापै, ताको धोखा कहाँ व्यापै, ताको धोखा कहाँ व्यापै। जाको ओट तुहारी, जाको ओट तुहारी। हर बिसरत सदा खुआरी, हर बिसरत सदा खुआरी, हर बिसरत सदा खुआरी, हर बिसरत सदा खुआरी। गुण निधान गुण तिन्ही गाए, जाको कृपा तारी। गुण निधान गुण तिन्ही गाए, जाको कृपा तारी, जाको कृपा तारी। सो सुखिया धन उस जन्म, नानक तिस बलिहारी, नानक तिस बलिहारी। सो सुखिया धन उस जन्म, नानक तिस बलिहारी, नानक तिस बलिहारी, नानक तिस बलिहारी, नानक तिस बलिहारी। हर बिसरत सदा खुआरी, हर बिसरत सदा खुआरी, हर बिसरत सदा खुआरी, हर बिसरत सदा खुआरी। ताको धोखा कहाँ व्यापै, ताको धोखा कहाँ व्यापै, को धोखा कहाँ व्यापै, ताको धोखा कहाँ व्यापै। जाको ओट तुहारी, जाको ओट तुहारी। हर बिसरत सदा खुआरी, हर बिसरत सदा खुआरी।
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ। ਜੇ ਹਰੀ ਪ੍ਰਮਾਤਮਾ ਨੂੰ ਆਪਾਂ ਵਿਸਾਰ ਦਿੱਤਾ, ਸਮਝੋ ਕਿ ਖਰਾਬ ਖੁਆਰੀ ਹੋ ਗਈ। ਜੀਵਨ ਦੇ ਅੰਦਰ ਆਨੰਦ ਜਿਹੜਾ ਸੀ ਉਹ ਚਲਾ ਗਿਆ। ਆਓ ਜੀਵਨ ਨੂੰ ਸਫਲ ਬਣਾਉਣਾ ਹੈ। ਤੇ ਦਾਸਾਂ ਵੱਲੋਂ ਕੀਰਤਨ ਦੀ ਇੱਥੇ ਹੀ ਸਮਾਪਤੀ ਹੈ। ਹੁਣ ਸਾਡੇ ਸਤਿਕਾਰਯੋਗ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਇੱਥੇ ਜੋ ਹੈੱਡ ਗ੍ਰੰਥੀ ਹਨ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਆਓ ਕੁਝ ਸਮਾਂ ਉਹ ਆਓ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਸਾਰੀਆਂ ਸੰਗਤਾਂ ਗੁਰੂ ਦਰਬਾਰ ਆ ਕੇ ਸਜੋ, ਤਾਂ ਜੋ ਕਿ ਗੁਰਬਾਣੀ ਦਾ ਆਨੰਦ, ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਸਕੀਏ। ਆਓ ਹੁਣ ਆਓ ਹੁਣ ਦਾਸਾਂ ਕੋਲੋਂ ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੇਵਾ ਕਰਦੇ ਹਾਂ। ਕਈ ਅਨੇਕਾਂ ਅਗਾਧ ਬਹੁਤ ਗਲਤੀਆਂ ਹੋ ਜਾਂਦੀਆਂ ਹਨ, ਕਿਉਂਕਿ ਗੁਰਬਾਣੀ ਅਥਾਹ ਸਮੁੰਦਰ ਹੈ। ਇਹਦਾ ਆਪਾਂ ਅੰਤ ਨਹੀਂ ਪਾ ਸਕਦੇ। ਇਸ ਕਰਕੇ ਕਲਯੁਗ ਜੀਵ ਹਾਂ, ਸਦਾ ਹੀ ਭੁੱਲਣਹਾਰ ਹਾਂ। ਗੁਰੂ ਸਾਹਿਬ ਤੇ ਆਪ ਸਾਰੀਆਂ ਸੰਗਤਾਂ ਬਖਸ਼ਣਯੋਗ ਹੋ, ਬਖਸ਼ ਲੈਣਾ। ਅਸੀਸ ਦੇਣੀ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਆਪਣੀ ਕਿਰਪਾ ਦੇ ਨਾਲ ਕੀਰਤਨ ਕਰਵਾ ਲੈਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਕਿਉਂਕਿ ਗੁਰਬਾਣੀ ਨੇ ਆਖਿਆ, ਆਪ ਗਵਾਏ ਤਾਂ ਹਰ ਗੁਣ ਗਾਓ। ਜੇ ਉਹ ਆਪ ਕਿਰਪਾ ਕਰੇ ਜੀਵ ਦੇ ਉੱਤੇ, ਤੇ ਜੀਵ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ। ਤੇ ਆਪਾਂ ਵੀ ਗੁਰੂ ਦੇ ਕੋਲੋਂ ਝੋਲੀ ਕਰਕੇ ਮੰਗਣਾ ਕਿ ਹੇ ਪਾਤਸ਼ਾਹ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਬੰਦਗੀ ਜਿਹੜੀ ਹੈ, ਸਿਮਰਨ ਜਿਹੜਾ ਹੈ, ਇਹ ਬੜਾ ਵੱਡਾ ਹੈ। ਤੇ ਆਪਾਂ ਸਿਮਰਨ ਦੀ ਦਾਤ, ਗੁਰਬਾਣੀ ਦੀ ਦਾਤ ਮੰਗਦਾ ਰਹਿਣਾ। ਕਿਉਂਕਿ ਜਿਨ੍ਹਾਂ ਦੇ ਕੋਲ ਸਿਮਰਨ ਹੈ, ਜਿਨ੍ਹਾਂ ਦੇ ਕੋਲ ਗੁਰਬਾਣੀ, ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਪਿਆਰ ਹੈ, ਉਹਨਾਂ ਨੂੰ ਜਿਹੜੀ ਦੁਨਿਆਵੀ ਚੀਜ਼ਾਂ ਹਨ, ਇਹ ਮੰਗਣ ਦੀ ਲੋੜ ਨਹੀਂ ਪੈਂਦੀ। ਪਰਮਾਤਮਾ ਆਪ ਉਹ ਆਪੇ ਬਖਸ਼ਿਸ਼ ਕਰ ਦਿੰਦਾ। ਇਸ ਕਰਕੇ ਆਓ ਆਪਾਂ ਗੁਰੂ ਦੇ ਪਾਸੋਂ ਹੀ ਮੰਗਣਾ ਹੈ। ਜੋ ਮੰਗੈ ਠਾਕੁਰ ਆਪਣੇ, ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਜੀ ਸਮਰੱਥਾ ਬਖਸ਼ਣ ਕੀਰਤਨ ਕਰਨ ਦੀ, ਅਤੇ ਸਾਰਿਆਂ ਨੂੰ ਕੀਰਤਨ ਸਰਵਣ ਕਰਨ ਦੀ ਉਹ ਆਪ ਕਿਰਪਾ ਬਖਸ਼ਿਸ਼ ਕਰਨ, ਤਾਂ ਜੋ ਕਿ ਗੁਰੂ ਦਰਬਾਰ ਦੀ ਹਾਜ਼ਰੀ ਮਨ ਕਰਕੇ, ਤਨ ਕਰਕੇ ਭਰ ਸਕੀਏ, ਤੇ ਗੁਰੂ ਦੇ ਹੋ ਜਾਈਏ, ਤੇ ਗੁਰੂ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਦਾਸਾਂ ਦਾ ਜੋ ਸਮਾਂ ਸੀ, ਜੋ ਸੇਵਕਾਂ ਨੇ ਬਖਸ਼ਿਆ ਸੀ, ਸਮਾਪਤੀ ਹੈ। ਸੋ ਆਓ ਹੁਣ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਉਹ ਕੁਝ ਸਮੇਂ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਆਓ ਸਾਰੇ ਹੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ
ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤਿਬਨ ਕੁਰਾਨ ਕੀ ਪਾਪ ਹੀ ਪਰਪਕ ਜਾਤੇ ਧਰਮ ਤਸਕ ਜਾਤੇ ਬਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗਿਆਨ ਦੇ ਸਾਗਰ ਸਾਂਝੀ ਵਾਲਤਾ ਦੇ ਰਹਿਬਰ ਏਕਤਾ ਦੀ ਪਿਆਰ ਦੀ ਮੂਰਤ ਮੁਜੱਸਮੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਜੁੜ ਬੈਠੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਬੜੀ ਵੱਡੀ ਬਖਸ਼ਿਸ਼ ਕਿਰਪਾ ਹੋਈ ਹੈ ਜੋ ਸਾਧ ਸੰਗਤ ਜੀਓ ਸਮੂਹ ਸਿੱਖ ਸੰਗਤਾਂ ਨੂੰ ਕਲਗੀਧਰ ਪਿਤਾ ਸਤਿਗੁਰੂ ਜੀ ਮਹਾਰਾਜ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਮਨਾਉਣ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੋ ਮਹਾਂਪੁਰਖਾਂ ਦੇ ਬਚਨ ਹੋਏ ਔਰ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਇਹ ਸਾਰਾ ਜੋ ਸਮਾਗਮ ਹੈ ਗੁਰਮਤਿ ਵਿਚਾਰ ਦੇ ਸਾਡੇ ਜਿੰਨੇ ਵੀ ਸਿੰਘ ਹਨ ਉਹਨਾਂ ਸਿੰਘਾਂ ਦੇ ਦੁਆਰਾ ਇਹ ਸਾਰਾ ਸਮਾਗਮ ਕਰਵਾਇਆ ਜਾ ਰਿਹਾ ਹੈ। ਹਰ ਸਾਲ ਤਕਰੀਬਨ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਹਨ। ਪਿਛਲੀ ਵਾਰ ਜੋ ਸਮਾਂ ਨਹੀਂ ਮਿਲ ਸਕਿਆ ਮਹਾਂਪੁਰਖਾਂ ਦੇ ਕੁਝ ਰੁਝੇਵੇਂ ਹੋਣ ਕਾਰਨ ਸਮਾਗਮ ਨਹੀਂ ਹੋ ਪਾਇਆ, ਪਰ ਵਾਰ-ਵਾਰ ਸੰਗਤਾਂ ਦੀ ਜੋ ਮੰਗ ਸੀ, ਵਾਰ-ਵਾਰ ਜੋ ਸੰਗਤਾਂ ਸਮਾਗਮ ਦੇ ਬਾਰੇ ਪੁੱਛਦੀਆਂ ਤੇ ਸਾਧ ਸੰਗਤ ਜੀ ਜਦੋਂ ਵਾਰ-ਵਾਰ ਆਪਾਂ ਕਿਸੇ ਨੂੰ ਯਾਦ ਕਰੀਏ, ਕਿਸੇ ਨੂੰ ਚੇਤੇ ਕਰੀਏ ਤਾਂ ਜਿਹੜੀ ਕਾਮਨਾ ਪੂਰੀ ਹੋ ਜਾਂਦੀ ਹੈ। ਮਹਾਂਪੁਰਖਾਂ ਤੱਕ ਵੀ ਇਹ ਬੇਨਤੀਆਂ, ਇਹ ਸੰਦੇਸ਼ ਪਹੁੰਚੇ ਕਿ ਸੰਗਤਾਂ ਯਾਦ ਕਰਦੀਆਂ ਹਨ ਤੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਦਵਿੰਦਰਪਾਲ ਸਿੰਘ ਜੀ ਜੋ ਮਹਾਂਪੁਰਖਾਂ ਕੋਲ ਬਿਰਾਜਮਾਨ ਸਨ ਤੇ ਮਹਾਂਪੁਰਖਾਂ ਦਾ ਬਚਨ ਹੋਇਆ, ਚਲੋ ਭਾਈ ਜੇ ਸੰਗਤਾਂ ਵਾਰ-ਵਾਰ ਯਾਦ ਕਰਦੀਆਂ ਨੇ, ਚਲੋ ਇੱਕ ਦੀਵਾਨ ਦਾ ਸਮਾਂ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਤੇ ਸਾਧ ਸੰਗਤ ਜੀ ਇਸ ਕਰਕੇ ਫਿਰ ਜੋ ਖੜੇ ਪੈਰੀ ਸਾਰਾ ਹੀ ਸਮਾਗਮ ਆਰੰਭ ਕੀਤਾ ਗਿਆ, ਇਹਦਾ ਸਾਰਾ ਪ੍ਰਬੰਧ ਕੀਤਾ ਗਿਆ। ਕਿਰਪਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹੈ ਤੇ ਮਹਾਂਪੁਰਖਾਂ ਦਾ ਆਸ਼ੀਰਵਾਦ ਹੈ, ਕਿਉਂਕਿ ਜਦੋਂ ਉਹਨਾਂ ਨੇ ਆਸ਼ੀਰਵਾਦ ਕਰ ਦੇ ਦਿੱਤਾ, ਬਚਨ ਕਰ ਦਿੱਤਾ ਤੇ ਫਿਰ ਜਿਹੜਾ ਕਾਰਜ ਹੈ ਆਪਣੇ ਆਪ ਹੀ ਸਿਰੇ ਚੜ ਜਾਂਦਾ ਆ। ਤੇ ਗੁਰੂ ਪਿਆਰੋ ਫਿਰ ਕਾਰਜ ਗੁਰਮਤਿ ਵਿਚਾਰ ਦੇ ਜਿੰਨੇ ਵੀ ਸਿੰਘ ਹਨ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸਾਰਾ ਜੋ ਪ੍ਰਬੰਧ ਹੈ ਕੀਤਾ ਹੈ ਤੇ ਆਪਾਂ ਸਾਧ ਸੰਗਤ ਜੀ ਕਲਗੀਧਰ ਪਿਤਾ ਜੀ ਮਹਾਰਾਜ ਜੀ ਦੀ ਯਾਦ ਵਿੱਚ ਜੁੜ ਬੈਠੇ ਹਾਂ ਤੇ ਸਤਿਗੁਰੂ ਜੀ ਮਹਾਰਾਜ ਜੀ ਦਾ
ਜੋ ਇਸ ਸੰਸਾਰ ਤੇ ਆਉਣਾ ਹੈ, ਉਸ ਬਾਬਤ ਸਤਿਗੁਰੂ ਜੀ ਮਹਾਰਾਜ ਜੀ ਨੇ ਆਪ ਹੀ ਆਪਣੀ ਗੁਰਬਾਣੀ ਦੇ ਅੰਦਰ ਸ੍ਰੀ ਗੁਰੂ ਦਸ਼ਮ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਉਚਾਰਨ ਕੀਤਾ ਹੈ ਕਿ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਮ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਕਿ ਕਲਗੀਧਰ ਪਿਤਾ ਜੀ ਮਹਾਰਾਜ ਦਾ ਇਸ ਸੰਸਾਰ ਤੇ ਆਉਣਾ ਕਿਉਂ ਹੋਇਆ? ਸਤਿਗੁਰੂ ਜੀ ਮਹਾਰਾਜ ਸੰਸਾਰ ਦੇ ਲੋਕਾਂ ਨੂੰ ਇਹ ਚੇਤਾਵਨੀ ਵੀ ਦੇ ਰਹੇ ਹਨ। ਮਹਾਰਾਜ ਸੰਸਾਰ ਦੇ ਲੋਕਾਂ ਨੂੰ ਜਾਗਰੂਕ ਪੇ ਕਰਦੇ ਹਨ ਕਿ ਅਸੀਂ ਸੰਸਾਰ ਤੇ ਕਿਉਂ ਆਏ ਆ। ਧਰਮ ਦੀ ਰਾਖੀ ਵਾਸਤੇ, ਨਾਮ ਜਪਣ ਵਾਲਿਆਂ ਦੀ ਰਾਖੀ ਵਾਸਤੇ, ਦੁਸ਼ਟਾਂ ਦਾ, ਪਾਪੀਆਂ ਦਾ ਸੰਘਾਰ ਕਰਨ ਦੇ ਵਾਸਤੇ। ਤੇ ਗੁਰੂ ਪਿਆਰਿਓ, ਭਾਗ ਲੱਗੇ ਨੇ ਪਟਨੇ ਦੀ ਧਰਤੀ ਨੂੰ। ਉਹ ਧਰਤੀ ਕਿੰਨੀ ਭਾਗਾਂ ਵਾਲੀ ਹੋਵੇਗੀ ਜਿੱਥੇ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਨੇ, ਔਰ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ 10ਵੀਂ ਜੋਤ ਕਲਗੀਧਰ ਪਿਤਾ ਜੀ ਦੇ ਰੂਪ ਵਿੱਚ, ਗੋਬਿੰਦ ਰਾਏ ਜੀ ਦੇ ਰੂਪ ਦੇ ਵਿੱਚ ਪਟਨੇ ਦੀ ਧਰਤੀ ਤੇ ਅਵਤਾਰ ਲਿਆ ਹੈ। ਸਤਿਗੁਰਾਂ ਨੇ ਦਸਮ ਗ੍ਰੰਥ ਸਾਹਿਬ ਦੇ ਅੰਦਰ ਆਪਣੇ ਜੀਵਨ ਦੀ ਜੋ ਕਥਾ ਹੈ ਉਹ ਦੱਸਣਾ ਕੀਤੀ ਹੈ। ਭਾਵੇਂ ਮਹਾਰਾਜ ਦੇ ਪਿਛਲੇ ਜੀਵਨ ਦੀ ਕਥਾ ਹੈ ਤੇ ਭਾਵੇਂ ਸਾਧ ਸੰਗਤ ਜੀ ਇਸ ਜਾਮੇ ਦੇ ਵਿੱਚ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ 10ਵੀਂ ਜੋਤ ਕਲਗੀਧਰ ਮਹਾਰਾਜ ਜੀ ਇਸ ਸੰਸਾਰ ਵਿੱਚ ਆਏ ਤੇ ਇਸ ਜਨਮ ਦੀ ਕਥਾ ਹੈ। ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੈ ਭਵ ਲਿਓ। ਇਹ ਸਤਿਗੁਰੂ ਜੀ ਮਹਾਰਾਜ ਨੇ ਆਪ ਉਚਾਰਨ ਕੀਤਾ ਆ ਕਿ ਜਿਸ ਵਕਤ ਸਾਡੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪੂਰਬ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ ਨੂੰ ਗਏ ਹਨ ਤੇ ਭਾਂਤ ਭਾਂਤ ਕੇ ਤੀਰਥ ਨਾਨਾ, ਮਹਾਰਾਜ ਜੀ ਅਨੇਕਾਂ ਤੀਰਥਾਂ ਤੇ ਗਏ ਤੇ ਸਾਧ ਸੰਗਤ ਅਨੇਕਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਸਤਿਗੁਰ ਨੇ ਕੀਤੇ ਹਨ। ਮਹਾਰਾਜ ਤੀਰਥਾਂ ਤੇ ਕਿਉਂ ਗਏ? ਕਿਉਂਕਿ ਸਾਧ ਸੰਗਤ ਜੋ ਤੀਰਥ ਵੀ ਬੇਨਤੀਆਂ ਕਰਦੇ ਕਿ ਸਤਿਗੁਰੂ ਜੀ ਕਿਰਪਾ ਕਰੋ, ਦੁਨੀਆ ਆਉਂਦੀ ਆ ਪਾਪ ਕਰਕੇ ਤੇ ਮਹਾਰਾਜ ਜੀ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ, ਆਪਣੇ ਪਾਪ ਲਾਹ ਕੇ ਸਾਡੇ ਵਿੱਚ ਚਲੇ ਜਾਂਦੇ ਨੇ ਤੇ ਸਤਿਗੁਰੂ ਜੀ ਹੁਣ ਅਸੀਂ ਤੇ ਪਾਪਾਂ ਦੇ ਨਾਲ ਭਰ ਗਏ ਆ ਤੇ ਕਿਰਪਾ ਕਰੋ ਹੁਣ ਸਾਡੇ ਵੀ ਪਾਪ ਜਿਹੜੇ ਨੇ ਨਿਵਰਤ ਕਰੋ। ਤੇ ਫਿਰ ਕਲਗੀਧਰ ਪਿਤਾ ਜੀ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਦੀ 9ਵੀਂ ਜੋਤ ਸਾਧ ਸੰਗਤ ਜੀ ਕਹਿੰਦੇ ਇਹਨਾਂ ਤੀਰਥਾਂ ਤੇ ਗਏ ਜਿੱਥੇ ਤੀਰਥਾਂ ਦੇ ਵਿੱਚ ਇਸ਼ਨਾਨ ਕਰਕੇ ਤੀਰਥਾਂ ਨੂੰ ਪਵਿੱਤਰ ਕੀਤਾ ਹੈ। ਤੀਰਥ ਦੁਨੀਆ ਨੂੰ ਪਵਿੱਤਰ ਕਰਦੇ ਨੇ ਪਰ ਸਾਧ ਸੰਗਤ ਜੀ ਗੁਰੂ ਤੋਂ ਵੱਡਾ ਤੀਰਥ ਕੋਈ ਨਹੀਂ। ਗੁਰੂ ਉਹ ਤੀਰਥ ਹੈ ਜਿਹੜਾ ਤੀਰਥਾਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਗੁਰੂ ਉਹ ਤੀਰਥ ਹੈ, ਗੁਰੂ ਉਹ ਗਿਆਨ ਦਾ ਸੋਮਾ ਹੈ। ਸਾਧ ਸੰਗਤ ਜੀ ਤੀਰਥਾਂ ਤੇ ਇਸ਼ਨਾਨ ਵੀ ਕੀਤੇ ਨੇ, ਮਹਾਰਾਜ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ ਗਿਆਨ ਉਪਦੇਸ਼ ਬਖਸ਼ਿਸ਼ ਕਰਕੇ। ਤੇ ਕਹਿੰਦੇ ਜਬ ਹੀ ਜਾਤ ਤਰਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੈ ਭਵ ਲਿਓ। ਤੇ ਪਟਨੇ ਦੀ ਧਰਤੀ ਤੇ ਜਿਵੇਂ ਇਤਿਹਾਸਕਾਰ ਦੱਸਦੇ ਹਨ ਸਾਧ ਸੰਗਤ ਜੀ ਪਉ ਸੁਦੀ 7ਵੇਂ ਨੂੰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਹੈ। ਇਸ ਸੰਸਾਰ ਤੇ ਗੁਰੂ ਨਾਨਕ ਦੀ 10ਵੀਂ ਜੋਤ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੰਸਾਰ ਤੇ ਆਈ ਹੈ ਸਾਧ ਸੰਗਤ ਜੀ। ਤੇ ਗੁਰੂ ਪਿਆਰਿਓ ਹੁਣ ਜੇ ਕਲਗੀਧਰ ਪਿਤਾ ਸਤਿਗੁਰੂ ਜੀ ਮਹਾਰਾਜ ਜੀ ਦੇ ਸਾਰੇ ਜੀਵਨ ਦਾ ਆਪਾਂ ਬਿਉਰਾ ਲੈਣਾ ਹੋਵੇ, ਕਿਉਂਕਿ ਮਹਾਰਾਜ ਦਾ ਜੀਵਨ ਕੋਈ ਬਹੁਤਾ ਲੰਬਾ ਨਹੀਂ ਜੇ, ਕਿਉਂਕਿ ਸੂਰਮਿਆਂ ਦਾ ਅਸਲ ਵਿੱਚ ਜੀਵਨ ਬਹੁਤਾ ਲੰਬਾ ਹੁੰਦਾ ਵੀ ਨਹੀਂ, ਕਿਉਂਕਿ ਸੂਰਮਾ ਮੌਤ ਤੋਂ ਨਹੀਂ ਡਰਦਾ,
ਔਰ ਸਾਧ ਸੰਗਤ ਜੀ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਹੈ। ਇਸ ਕਰਕੇ ਸੂਰਮੇ ਦੀ ਜਿਹੜੀ ਜ਼ਿੰਦਗੀ ਆ ਬਹੁਤੀ ਲੰਮੇਰੀ ਨਹੀਂ ਮੰਨੀ ਜਾਂਦੀ, ਪਰ ਸਾਧ ਸੰਗਤ ਦੀ ਜਿਹੜੀ ਸੂਰਮੇ ਦੀ ਜ਼ਿੰਦਗੀ ਹੈ ਨਾ, ਉਸ ਬਾਬਤ ਸਾਧ ਸੰਗਤ ਦੀ ਵਿਦਵਾਨਾਂ ਨੇ ਲਿਖਿਆ ਕਿ ਸੂਰਮੇ ਦੇ ਦੋਨੇ ਹੱਥਾਂ ਦੇ ਵਿੱਚ ਹੀ ਸੁੱਖ ਨੇ। ਸੂਰਮੇ ਦੇ ਦੋਨੇ ਹੱਥਾਂ ਦੇ ਵਿੱਚ ਹੀ ਸੁੱਖ ਨੇ। ਕਹਿੰਦੇ ਜੇਕਰ ਜੰਗ ਯੁੱਧ ਕਰਦਿਆਂ ਸ਼ਹੀਦ ਹੋ ਗਿਆ ਤੇ ਉਹਨੂੰ ਪਰਲੋਕ ਵਿੱਚ ਜਾ ਕੇ ਸੁੱਖ ਮਿਲਨੇ ਨੇ, ਆਨੰਦ ਮਿਲਨੇ ਨੇ। ਤੇ ਜੇਕਰ ਉਹ ਜੰਗ ਯੁੱਧ ਕਰਦਿਆਂ ਹੋਇਆ ਜਿੱਤ ਗਿਆ, ਜੰਗ ਯੁੱਧ ਕਰਦਿਆਂ ਹੋਇਆ ਉਹ ਜਿੱਤ ਗਿਆ, ਤੇ ਫਿਰ ਉਹ ਦੁਨੀਆ ਤੇ ਆਨੰਦ ਲਵੇਗਾ। ਇਸ ਕਰਕੇ ਕਹਿੰਦੇ ਸੂਰਮੇ ਦੇ ਦੋਨੇ ਹੱਥਾਂ ਵਿੱਚ ਹੀ ਸੁੱਖ ਨੇ, ਆਨੰਦ ਨੇ। ਜੇ ਉਹ ਰਣ ਭੂਮੀ ਅੰਦਰ ਸ਼ਹੀਦ ਹੋ ਜਾਂਦਾ ਆ ਤੇ ਫਿਰ ਉਹਨੂੰ ਦਰਗਾਹ ਦੇ ਵਿੱਚ ਢੋਈ ਮਿਲਦੀ ਆ, ਉੱਥੇ ਆਨੰਦ ਸੁੱਖ ਮਿਲਦੇ ਨੇ। ਤੇ ਕਹਿੰਦੇ ਜੇਕਰ ਉਹ ਰਣ ਭੂਮੀ ਵਿੱਚ ਜਿੱਤ ਜਾਂਦਾ ਆ, ਜਿੱਤ ਜਾਂਦਾ ਤੇ ਕਹਿੰਦੇ ਫਿਰ ਦੁਨੀਆ ਤੇ ਆਨੰਦ ਲੈਂਦਾ, ਰਾਜ ਭਾਗ ਭੋਗਦਾ ਆ ਤੇ ਇੱਥੇ ਉਹਨੂੰ ਸੁੱਖ ਮਿਲਦੇ ਨੇ। ਤੇ ਕਲਗੀਧਰ ਪਿਤਾ ਜੀ ਮਹਾਰਾਜ ਇੱਕ ਬਹੁਤ ਬਹਾਦਰ ਜਰਨੈਲ, ਕਵੀ ਤੇ ਸਾਧ ਸੰਗਤ ਜੀ ਬਹੁਤ ਵੱਡੇ ਵਿਦਵਾਨ, ਗਿਆਨ ਦੇ ਸੋਮੇ ਸੱਚੇ ਸਤਿਗੁਰੂ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਮਹਾਰਾਜ ਦੇ ਬਚਪਨ ਦਾ ਜਿਹੜਾ ਕੌਤਕ ਹੈ, ਉਹ ਭਾਵੇਂ ਦੋਨੇ ਕੁੱਜੀਆਂ ਉੱਪਰ ਹੱਥ ਰੱਖ ਕੇ ਇਸ ਗੱਲ ਦਾ ਪ੍ਰਗਟਾਵਾ ਕਰਨਾ ਕਿ ਅਸੀਂ ਸਾਰਿਆਂ ਦੇ ਸਾਂਝੇ ਹਾਂ। ਇਸ ਕਰਕੇ ਤਾਂ ਮਹਾਰਾਜ ਨੇ ਲਿਖਿਆ ਕਿ ਮਾਨਸ ਕੀ ਜੋਤ ਸਭੈ ਏਕੈ ਪਹਿਚਾਨਬੁ। ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਨ ਵਾਸਤੇ ਆਏ, ਅਸੀਂ ਸਾਰਿਆਂ ਦੇ ਸਾਂਝੇ ਹਾਂ। ਜਿਹੜਾ ਪਰਮਾਤਮਾ ਨੂੰ ਮੰਨਦਾ ਆ ਉਹ ਸਾਡਾ ਮਿੱਤਰ ਹੈ, ਕਿਉਂਕਿ ਪੂਜਾ ਅਕਾਲ ਕੀ। ਸਾਧ ਸੰਗਤ ਜੀ ਮਹਾਰਾਜ ਨੇ ਸਾਨੂੰ ਮੜੀਆਂ ਤੋਂ, ਕਬਰਾਂ ਤੋਂ, ਮਸਾਣੀਆਂ ਤੋਂ ਹਟਾ ਕਰਕੇ ਕੇਵਲ ਤਾਂ ਕੇਵਲ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਪ੍ਰੇਰਿਆ। ਤੇ ਸਤਿਗੁਰੂ ਜੀ ਮਹਾਰਾਜ ਜੇਕਰ 7-9 ਸਾਲ ਦੀ ਉਮਰ ਦੇ ਵਿੱਚ ਕੌਤਕ ਹੈ ਤਾਂ ਆਪਣੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਤਿਲਕ ਜੰਜੂ ਦੀ ਰਾਖੀ ਕਰਨ ਦੇ ਵਾਸਤੇ ਸਾਧ ਸੰਗਤ ਜੀ ਮਹਾਰਾਜ ਨੇ ਆਪ ਆਖਿਆ, ਪਿਤਾ ਸਤਿਗੁਰੂ ਜੀਓ ਤੁਹਾਡੇ ਤੋਂ ਵੱਡਾ ਕਿਹੜਾ ਮਹਾਂਪੁਰਖ ਹੋ ਸਕਦਾ ਆ। ਮਹਾਰਾਜ ਦੇ ਜੀਵਨ ਦੇ ਕੌਤਕ ਜਿਹੜੇ ਨੇ ਗੁਰੂ ਪਿਆਰਿਓ, ਮਹਾਰਾਜ ਨੇ ਖਾਲਸਾ ਪੰਥ ਸਾਜਣਾ, ਦੁਸ਼ਮਣਾਂ ਦੇ ਨਾਲ ਜੰਗ ਯੁੱਧ ਕਰਨਾ, ਸਾਧ ਸੰਗਤ ਜੀ ਮਹਾਰਾਜ ਨੇ ਆਪ ਖੁਦ ਗੁਰਬਾਣੀ ਉਚਾਰਨ ਕਰਨੀ, ਤੇ ਸਤਿਗੁਰੂ ਜੀ ਮਹਾਰਾਜ ਨੇ ਜ਼ਫਰਨਾਮਾ ਲਿਖਣਾ ਆਦਿਕ ਅਨੇਕਾਂ ਹੀ ਕੌਤਕ ਜਿਹੜੇ ਨੇ ਸਤਿਗੁਰਾਂ ਦੇ ਇੱਕ ਛੋਟੇ ਜਿਹੇ ਜੀਵਨ ਦੇ ਵਿੱਚ ਹਨ। ਉਮਰ ਲੰਮੇਰੀ ਨਹੀਂ, ਪਰ ਸਤਿਗੁਰੂ ਦੇ ਜਿਹੜੇ ਕਾਰਨਾਮੇ ਨੇ, ਜਿਹੜੇ ਕੌਤਕ ਨੇ, ਉਹਨਾਂ ਨੂੰ ਦੁਨੀਆ ਗਿਣ ਨਹੀਂ ਸਕਦੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬਿਰਾਜਮਾਨ ਹਾਂ। ਸਤਿਗੁਰਾਂ ਦੀ ਬਾਣੀ ਨੂੰ ਮਹਾਰਾਜ ਨੇ ਬਾਣੀ ਦਾ ਸਿਧਾਂਤ ਆਪਣੇ ਸਿੰਘਾਂ ਨੂੰ, ਸਿੱਖਾਂ ਨੂੰ ਪ੍ਰਗਟ ਕਰਦਿਆਂ ਹੋਇਆਂ ਇੱਕ ਵਾਰ ਕੌਤਕ ਕੀਤਾ। ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਆਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਸੂਰਜ ਪ੍ਰਕਾਸ਼ ਦੇ ਅੰਦਰ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਜ਼ਿਕਰ ਆਇਆ। ਕਲਗੀਧਰ ਪਿਤਾ ਜੀ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ, ਬੇਅੰਤ ਗੁਰੂ ਦੀਆਂ ਫੌਜਾਂ, ਗੁਰੂ ਦੀਆਂ ਸੰਗਤਾਂ ਸਤਿਗੁਰੂ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬਿਰਾਜਮਾਨ। ਤਾਂ ਸਾਧ ਸੰਗਤ ਜੀ ਸਭਾ ਲੱਗੀ ਹੋਈ ਹੈ, ਸਤਿਗੁਰੂ ਜੀ ਮਹਾਰਾਜ ਤਖਤ ਤੇ ਸੁਭਾਈਮਾਨ ਨੇ, ਅਨੇਕਾਂ ਸੰਗਤਾਂ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਨੇ। ਤਾਂ ਇੱਕ ਸਾਧੂ, ਇੱਕ ਮਹਾਤਮਾ ਜੀ ਕਲਗੀਧਰ ਪਿਤਾ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਆਏ ਨੇ। ਤੇ ਸਾਧ ਸੰਗਤ ਜੀ ਕਹਿੰਦੇ ਹੱਥਾਂ ਦੇ ਵਿੱਚ ਉਹਨਾਂ ਨੇ ਕੁਝ ਖੰਭ ਫੜੇ ਹੋਏ ਨੇ, ਪੰਖ ਫੜੇ ਹੋਏ ਨੇ। ਸਤਿਗੁਰੂ ਜੀ ਮਹਾਰਾਜ ਜੀ ਦੇ ਕੋਲ ਆਏ, ਚਰਨਾਂ ਤੇ ਨਮਸਕਾਰ ਕੀਤੀ ਆ। ਉਹ ਜਿਹੜੇ ਪੰਖ, ਜਿਹੜੇ ਖੰਭ ਫੜੇ ਹੋਏ ਸਨ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਰੱਖੇ ਨੇ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਆਪ ਜੀ ਨੇ ਇੰਨੀ ਖੇਚਲ ਕਿਉਂ ਕੀਤੀ ਆ, ਕਿਉਂ ਇੱਥੇ ਚੱਲ ਕਰਕੇ ਆਏ ਹੋ? ਤਾਂ ਸਾਧ ਸੰਗਤ ਜੀ ਮਹਾਤਮਾ ਦੇ ਬਚਨ ਸਨ। ਸਤਿਗੁਰੂ ਮਹਾਰਾਜ ਜੀਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰਕੇ ਆਪ ਜੀ ਤੱਕਰ ਸਤਿਗੁਰੂ ਮਹਾਰਾਜ ਜਦੋਂ ਜਦੋਂ ਸੰਸਾਰ ਤੇ ਆਏ ਹੋ, ਮੈਂ ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਆਇਆ ਆ। ਤੇ ਮਹਾਰਾਜ ਜੀ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਪਹੁੰਚਿਆ। ਤੇ ਮਹਾਰਾਜ ਕਹਿੰਦੇ ਭੇਟਾ ਦੀ ਕਿਉਂ ਖੇਚਲ ਕੀਤੀ ਹੈ? ਕਹਿੰਦੇ ਮਹਾਰਾਜ ਕਿਰਪਾ ਕਰੋ ਤੇ ਪ੍ਰਵਾਨ ਕਰੋ। ਸਤਿਗੁਰੂ ਜੀ ਮਹਾਰਾਜ ਦੇ ਚਰਨਾਂ 'ਚ ਭੇਟਾ ਰੱਖੀ ਆ
ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਦੀ ਲਿਖਤ ਦੇ ਅਨੁਸਾਰ ਕਹਿੰਦੇ ਉਹ ਸਾਧੂ ਅਲੋਪ ਹੋ ਗਿਆ, ਉਹ ਸਾਧੂ ਅਲੋਪ ਹੋ ਗਿਆ। ਗੁਰੂ ਕੀਆਂ ਸੰਗਤਾਂ, ਗੁਰੂ ਕੀਆਂ ਫੌਜਾਂ ਸਤਿਗੁਰਾਂ ਦੇ ਕੋਲ ਬਿਰਾਜਮਾਨ, ਉਹਨਾਂ ਨੇ ਜਦੋਂ ਦੇਖਿਆ ਕਿ ਸਾਧੂ ਅਲੋਪ ਹੋ ਗਿਆ ਤੇ ਸਭ ਹੈਰਾਨ ਹੋ ਗਏ। ਮਹਾਰਾਜ ਇਹ ਕੋਤਕ ਸਤਿਗੁਰੂ ਜੀ ਮਹਾਤਮਾ ਜੀ ਕੌਣ ਸਨ, ਇਹ ਸਾਧੂ ਕੌਣ ਸਨ? ਤਾਂ ਕਲਗੀਧਰ ਪਿਤਾ ਜੀ ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਦੇਵ ਰਖੀ ਨਾਰਦ ਮੁਨੀ ਜੀ ਸਨ। ਆਖੋ ਸਤਨਾਮ। ਦੇਵ ਰਖੀ ਨਾਰਦ ਮੁਨੀ ਜੀ ਤੇ ਮਹਾਰਾਜ ਜੀ ਕਹਿੰਦੇ ਸਾਡੇ ਦਰਸ਼ਨ ਕਰਨ ਵਾਸਤੇ ਆਏ ਸਨ, ਕੁਝ ਭੇਟਾ ਲੈ ਕੇ ਆਏ ਨੇ। ਇਦਾਂ ਕਰੋ ਇਹ ਜਿਹੜੇ ਖੰਭ ਹਨ ਸਾਡੇ ਤੀਰਾਂ ਦੇ ਨਾਲ ਜੜਾ ਦਿੱਤੇ ਜਾਣ। ਚੰਗੇ ਕਾਰੀਗਰ ਕੋਲ ਜਾਓ, ਕੋਲ ਬਹਿ ਕੇ ਖੰਭ ਜੜਨੇ ਨੇ। ਮਹਾਰਾਜ ਦੇ ਬਚਨ ਪਾਲਿਆ ਗਿਆ, ਹੁਕਮ ਮੰਨਿਆ ਗਿਆ ਤੇ ਸਾਧ ਸੰਗਤ ਜੀ ਕਹਿੰਦੇ ਉਹ ਖੰਭ ਲੈ ਕੇ ਸਤਿਗੁਰਾਂ ਦੇ ਨਾਲ ਤੀਰ ਲੈ ਕੇ ਕਾਰੀਗਰ ਦੇ ਕੋਲ ਗਏ ਤੇ ਭਾਈ ਇਹ ਜਿਹੜੇ ਖੰਭ ਹਨ ਇਹ ਪੰਖ ਹਨ, ਇਹ ਤੀਰਾਂ ਨਾਲ ਜੜ ਦਿੱਤੇ ਜਾਣ। ਕੋਲ ਬਹਿ ਕੇ ਕਾਰੀਗਰ ਦੇ ਸਾਧ ਸੰਗਤ ਜੋ ਪੰਖ ਤੀਰਾਂ ਨਾਲ ਜੜੇ ਗਏ, ਸਤਿਗੁਰੂ ਜੀ ਮਹਾਰਾਜ ਜੀ ਦੇ ਕੋਲ ਹਾਜ਼ਰ ਕੀਤੇ ਗਏ। ਸਤਿਗੁਰੂ ਜੀ ਮਹਾਰਾਜ ਕਹਿੰਦੇ ਚਲੋ ਸਿੰਘੋ ਅੱਜ ਆਪਾਂ ਬਾਹਰ ਸ਼ਿਕਾਰ ਨੂੰ ਚੱਲੀਏ। ਸਾਧ ਸੰਗਤ ਜੀ ਮਹਾਰਾਜ ਸਿੰਘਾਂ ਸਮੇਤ ਕਹਿੰਦੇ ਸ਼ਿਕਾਰ ਨੂੰ ਆਏ ਤੇ ਮਹਾਰਾਜ ਜੀ ਕਹਿੰਦੇ ਭਾਈ ਸਿੰਘੋ ਅਸੀਂ ਤੀਰ ਚਲਾਵਾਂਗੇ ਤੇ ਤੁਸੀਂ ਤੀਰ ਚੱਕ ਕੇ ਲਿਆਉਣਾ ਆ। ਅਸੀਂ ਤੀਰ ਚਲਾਵਾਂਗੇ ਤੇ ਤੁਸੀਂ ਤੀਰ ਚੱਕ ਕੇ ਲਿਆਉਣਾ ਹੈ, ਇਸ ਕਰਕੇ ਦੂਰ ਦੂਰ ਜਾ ਕੇ ਖੜ ਜਾਓ। ਸਿੰਘ ਸਾਰੇ ਸਾਧ ਸੰਗਤ ਜੀ ਦੂਰ ਦੂਰ ਜਾ ਕੇ ਖੜ ਗਏ। ਕਲਗੀਧਰ ਪਿਤਾ ਜੀ ਮਹਾਰਾਜ ਨੇ ਆਪਣੇ ਕਮਾਨ ਤੇ ਰੱਖਿਆ ਤੀਰ। ਜਦੋਂ ਸਾਧ ਸੰਗਤ ਜੀ ਕਹਿੰਦੇ ਚਿੱਲੇ ਨੂੰ ਮਾਰਨ ਖਿੱਚ ਕੇ ਆਕਾਸ਼ ਵੱਲ ਨੂੰ ਤੀਰ ਛੱਡਿਆ ਆ ਤੇ ਸਿੰਘ ਦੇਖਦੇ ਨੇ ਤੀਰ ਧਰਤੀ ਤੇ ਆਵੇ ਤਾਂ ਅਸੀਂ ਚੱਕ ਕੇ ਮਹਾਰਾਜ ਦੇ ਕੋਲ ਲੈ ਕੇ ਚੱਲੀਏ। ਪਰ ਕੀ ਦੇਖਦੇ ਨੇ, ਤੀਰ ਆਕਾਸ਼ ਨੂੰ ਚੜਦਾ 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 ਕਹਿੰਦੇ ਆਕਾਸ਼ ਨੂੰ ਹੀ ਚੜ ਗਿਆ, ਮੁੜ ਕੇ ਥੱਲੇ ਨਹੀਂ ਆਇਆ। ਸਿੰਘ ਹੈਰਾਨ ਹੋ ਗਏ ਸਾਰੇ। ਚਲੋ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਦੂਜਾ ਤੀਰ ਛੱਡਦੇ ਆ। ਸਾਧੂ ਗੁਰਾਂ ਨੇ ਕਹਿੰਦੇ ਦੂਜਾ ਤੀਰ ਚਲਾਇਆ। ਸਿੰਘ ਦੇਖਦੇ ਨੇ ਹੁਣ ਧਰਤੀ ਤੇ ਆਵੇ ਚੱਕ ਕੇ ਲਿਆਉਨੇ ਆ, ਪਰ ਕਹਿੰਦੇ ਦੇਖਦਿਆਂ ਉਹ ਵੀ ਤੀਰ ਕਹਿੰਦੇ ਆਕਾਸ਼ ਨੂੰ ਚੜ ਗਿਆ ਤੇ ਮੁੜ ਕੇ ਥੱਲੇ ਨਹੀਂ ਆਇਆ। ਗੁਰੂ ਕੀਆਂ ਫੌਜਾਂ ਵੇਖ ਕੇ ਹੈਰਾਨ ਕਿ ਤੀਰ ਥੱਲੇ ਨਹੀਂ ਆ ਰਹੇ। ਗੁਰੂ ਪਿਆਰੇ ਇਦਾਂ ਕਰਦਿਆਂ ਮਾਰੇ ਤੀਜਾ ਚੌਥਾ ਔਰ ਪੰਜਵਾਂ ਤੀਰ ਚਲਾਇਆ। ਸਤਿਗੁਰਾਂ ਨੇ 5 ਤੀਰ ਚਲਾਏ ਪਰ ਕਹਿੰਦੇ ਪੰਜਾਂ ਵਿੱਚੋਂ ਕੋਈ ਵੀ ਥੱਲੇ ਨਹੀਂ ਆਇਆ। ਗੁਰੂ ਕੀਆਂ ਫੌਜਾਂ ਨੇ ਸਮਝ ਲਿਆ ਕਿ ਮਹਾਰਾਜ ਕੋਈ ਕੋਤਕ ਕਰ ਰਹੇ ਨੇ। ਚਲੋ ਹੁਣ ਸਤਿਗੁਰਾਂ ਦੇ ਕੋਲ ਹੀ ਚੱਲੀਏ ਤੇ ਪੁੱਛਿਆ ਮਹਾਰਾਜ ਕਿਰਪਾ ਕਰੋ ਸਾਨੂੰ ਸੋਝੀ ਦਿਓ, ਕੀ ਕੋਤਕ ਕਰ ਰਹੇ ਹੋ? ਮਹਾਰਾਜ ਬੁਝਾਰਤਾਂ ਨਾ ਪਾਓ, ਸਾਨੂੰ ਸਪਸ਼ਟ ਤੌਰ ਤੇ ਦੱਸੋ। ਜਦੋਂ ਗੁਰੂ ਕੀਆਂ ਫੌਜਾਂ ਵਾਪਸ ਮਹਾਰਾਜ ਦੇ ਕੋਲ ਆਈਆਂ, ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਕੀ ਕੋਤਕ ਕਰ ਰਹੇ ਹੋ? ਕਿਰਪਾ ਕਰੋ ਮਹਾਰਾਜ ਸਾਨੂੰ ਸਮਝਾਓ, ਸਾਡੀ ਸਮਝ ਵਿੱਚ ਨਹੀਂ ਆ ਰਿਹਾ। ਤੇ ਸਤਿਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੰਘੋ ਅਸਲ ਵਿੱਚ ਇਹ ਜਿਹੜੇ ਤੀਰਾਂ ਦੇ ਨਾਲ ਪੰਖ ਜੜੇ ਸਨ, ਇਹ ਪੰਖ ਕੋਈ ਆਮ ਪੰਛੀ ਦੇ ਨਹੀਂ ਹੋ। ਕਹਿੰਦੇ ਹਮਾਯੂੰ ਪੰਛੀ ਦੇ ਪੰਖ ਹਨ, ਹਮਾਯੂੰ ਪੰਛੀ ਦੇ। ਤੇ ਕਹਿੰਦੇ ਇਹਨਾਂ ਪੰਖਾਂ ਦੇ ਅੰਦਰ ਇਹ ਖਾਸੀਅਤ ਹੈ, ਇਹ ਜਿੱਥੇ ਮਰਜ਼ੀ ਇਹਨਾਂ ਨੂੰ ਕੋਈ ਲੈ ਜਾਵੇ ਪਰ ਕਹਿੰਦੇ ਫਿਰ ਵਾਪਸ ਆਪਣੇ ਦੇਸ਼ ਚਲੇ ਜਾਂਦੇ ਨੇ, ਫਿਰ ਵਾਪਸ ਆਪਣੇ ਦੇਸ਼ ਚਲੇ ਜਾਂਦੇ ਨੇ। ਇਸ ਕਰਕੇ ਕਹਿੰਦੇ ਉਹ ਪੰਖ ਆਪਣੇ ਵਾਪਸ ਦੇਸ਼ ਚਲੇ ਗਏ। ਸਾਡੇ ਤੀਰ ਨਾਲ ਲੱਗੇ ਸਨ, ਸਾਡੇ ਤੀਰਾਂ ਨੂੰ ਵੀ ਕਹਿੰਦੇ ਆਪਣੇ ਦੇਸ਼ ਲੈ ਕੇ ਚਲੇ ਗਏ। ਆਖੋ ਸਤਨਾਮ। ਮਹਾਰਾਜ ਜੀ ਕਿਰਪਾ ਕਰੋ, ਦ੍ਰਿਸ਼ਟਾਂਤ ਦੇ ਦਿੱਤਾ ਪਰ ਗੱਲ ਕੀ ਸਮਝਾਉਣੀ ਚਾਹੁੰਦੇ ਹੋ? ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਜਿਹੜੀ ਸਤਿਗੁਰਾਂ ਨੇ ਆਪ ਜੀਆਂ ਨੂੰ ਗੁਰਬਾਣੀ ਬਖਸ਼ੀ ਹੈ ਨਾ, ਗੁਰਬਾਣੀ ਬਖਸ਼ੀ ਹੈ। ਗੁਰਬਾਣੀ ਕੀ ਕਹਿੰਦੀ ਆ? ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹ ਤੋਂ ਆਈ ਬਾਣੀ, ਇਹ ਪ੍ਰਮਾਤਮਾ ਦੀ ਬਾਣੀ ਹੈ। ਇਹਨੂੰ ਅਕਾਲੀ ਬਾਣੀ ਆਖਿਆ ਜਾਂਦਾ ਹੈ, ਇਹਨੂੰ ਧੁਰ ਦਰਗਾਹੀ ਬਾਣੀ ਆਖਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਜਿਵੇਂ ਉਹਨਾਂ ਪੰਖਾਂ ਦੇ ਨਾਲ ਸਾਡੇ ਤੀਰ ਲੱਗੇ, ਉਹ ਪੰਖ ਉਹਨਾਂ ਤੀਰਾਂ ਨੂੰ ਵੀ ਆਪਣੇ ਦੇਸ਼ ਲੈ ਕੇ ਚਲੇ ਗਏ। ਸੱਚ ਜਾਣਿਓ ਜੋ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਬਖਸ਼ੀ ਹੈ ਨਾ, ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਿੱਖ ਇਸ ਗੁਰਬਾਣੀ ਦੇ ਨਾਲ ਜੁੜ ਜਾਵੇਗਾ ਨਾ, ਇਹ ਗੁਰਬਾਣੀ ਕਿਹੜੇ ਦੇਸ਼ ਤੋਂ ਆਈ ਆ? ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤੇ ਠਾਓ।
ਕਹਿੰਦੇ ਬੇਗਮਪੁਰਾ ਸ਼ਹਿਰ ਤੋਂ ਆਈ ਹੈ, ਭਾਵ ਕਿ ਪ੍ਰਮਾਤਮਾ ਦੇ ਘਰ ਤੋਂ ਆਈ ਹੈ। ਜਿਹੜਾ ਇਸ ਗੁਰਬਾਣੀ ਦੇ ਨਾਲ ਜੁੜ ਜਾਵੇਗਾ ਕਹਿੰਦੇ ਉਹ ਜੀਵਦਿਆਂ ਜੀ ਹੀ ਮੁਕਤ ਹੋ ਜਾਵੇਗਾ, ਉਹ ਪ੍ਰਮਾਤਮਾ ਦੇ ਘਰ ਚਲਾ ਜਾਵੇਗਾ। ਆਖੋ ਸਤਨਾਮ। ਇਹ ਕਲਗੀਧਰ ਪਿਤਾ ਮਹਾਰਾਜ ਨੇ ਆਨੰਦਪੁਰ ਦੀ ਧਰਤੀ ਤੇ ਮਹਾਰਾਜ ਨੇ ਆਪਣੀ ਫੌਜ ਦੇ ਸਾਹਮਣੇ ਕੋਤਕ ਕੀਤਾ ਔਰ ਇਹ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਨੂੰ ਉਪਦੇਸ਼ ਦਿੱਤਾ ਕਿ ਸਿੰਘੋ ਗੁਰਬਾਣੀ ਦੇ ਨਾਲ ਜੁੜ ਕੇ ਰਹੋ ਜੀ। ਜਿਹੜਾ ਗੁਰਬਾਣੀ ਦੇ ਨਾਲ ਜੁੜ ਕੇ ਰਹੇਗਾ ਕਹਿੰਦੇ ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਹੇਗਾ। ਤੇ ਗੁਰੂ ਪਿਆਰਿਓ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਆ, ਸਤਿਗੁਰਾਂ ਦਾ ਦਿਹਾੜਾ ਮਨਾ ਰਹੇ ਆ। ਤੇ ਸਤਿਗੁਰੂ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਨਾਲ ਜੁੜਨ ਵਾਸਤੇ ਆਖਿਆ ਆ। ਮਹਾਰਾਜ ਕਹਿੰਦੇ ਭਾਈ ਰਹਿਤ ਮਰਿਆਦਾ ਦੇ ਵਿੱਚ ਪੂਰੇ ਰਹੋ ਜੇ, ਗੁਰਬਾਣੀ ਦੇ ਬਾਣੀ ਬਾਣੇ ਦੇ ਧਾਰਨੀ ਰਹੋ ਜੇ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਬਾਣਾ ਵੀ ਜ਼ਰੂਰੀ ਹੈ ਔਰ ਗੁਰਬਾਣੀ ਵੀ ਜ਼ਰੂਰੀ ਹੈ। ਸੋ ਇਸ ਕਰਕੇ ਗੁਰੂ ਪਿਆਰਿਓ, ਆਪਾਂ ਸਤਿਗੁਰਾਂ ਦਾ ਦਿਹਾੜਾ ਮਨਾ ਰਹੇ ਹਾਂ। ਦਿਹਾੜਾ ਮਨਾਉਣ ਦਾ ਮਤਲਬ ਕੀ ਹੈ ਕਿ ਸਤਿਗੁਰਾਂ ਦੇ ਉਪਦੇਸ਼ ਨੂੰ ਆਪਾਂ ਦੁਬਾਰਾ ਰੀਡਿੰਗ ਕਰ ਰਹੇ ਹਾਂ। ਜੋ ਮਹਾਰਾਜ ਉਪਦੇਸ਼ ਦੇ ਕੇ ਗਏ ਨਾ, ਉਸ ਉਪਦੇਸ਼ ਨੂੰ ਆਪਾਂ ਯਾਦ ਕਰ ਰਹੇ ਹਾਂ ਕਿ ਕਿਤੇ ਭੁੱਲ ਨਾ ਜਾਈਏ। ਤੇ ਗੁਰੂ ਪਿਆਰਿਓ, ਜਿਨ੍ਹਾਂ ਨੂੰ ਸਤਿਗੁਰੂ ਜੀ ਮਹਾਰਾਜ ਕਦੇ ਨਹੀਂ ਵਿਸਰਦੇ ਤੇ ਸੱਚ ਜਾਣਿਓ ਮਹਾਰਾਜ ਵੀ ਉਹਨਾਂ ਨੂੰ ਕਦੀ ਨਹੀਂ ਵਿਸਾਰਦੇ। ਤੇ ਇਸ ਕਰਕੇ ਪਿਆਰਿਓ, ਗੁਰਬਾਣੀ ਦੇ ਨਾਲ ਜੁੜੀਏ, ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਨੂੰ ਕਮਾਈਏ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਉਹ ਮੇਰਾ ਮਾਲਕ ਹੈ ਜਿਹੜਾ ਮਰਿਆਦਾ ਵਿੱਚ ਹੈ, ਜਿਹੜਾ ਖੰਡੇ ਬਾਡੇ ਦਾ ਅੰਮ੍ਰਿਤ ਛਕ ਕੇ ਉਸ ਮਰਿਆਦਾ ਨੂੰ ਕਮਾਉਂਦਾ ਆ। ਮਹਾਰਾਜ ਕਹਿੰਦੇ ਉਹ ਮੇਰਾ ਮਾਲਕ ਹੈ ਤੇ ਮੈਂ ਉਹਦਾ ਸੇਵਕ ਹਾਂ, ਉਹਦਾ ਦਾਸ ਹਾਂ। ਤੇ ਗੁਰੂ ਪਿਆਰਿਓ, ਐਡਾ ਵੱਡਾ ਮਾਨ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਨੇ। ਤੇ ਫਿਰ ਵੀ ਆਪਾਂ ਜੇ ਪਿੱਛੇ ਹਟੀਏ ਤੇ ਗੁਰੂ ਪਿਆਰਿਓ ਘਾਟਾ ਸਾਨੂੰ ਹੀ ਪੈਣਾ ਹੈ। ਮਹਾਰਾਜ ਨੇ ਆਪਣਾ ਰੂਪ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਹੀ ਸੰਗਾ। ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹਿਤ ਬਿਰਦ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ। ਹੁਣ ਇਸ ਤੋਂ ਬਾਅਦ ਮਹਾਰਾਜ ਹੋਰ ਕੀ ਆਖਿਆ? ਆਪਣੀ ਜਿੰਦ ਜਾਨ ਮਹਾਰਾਜ ਨੇ ਸਾਨੂੰ ਆਖਿਆ। ਜਿਹੜਾ ਮਰਿਆਦਾ ਚ ਪ੍ਰਪੱਖ ਹੈ, ਮਹਾਰਾਜ ਕਹਿੰਦੇ ਸਾਡੀ ਜਿੰਦ ਜਾਨ ਹੈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਗੁਰੂ ਪਿਆਰਿਓ, ਗੁਰਬਾਣੀ ਪੜ੍ਹਦੇ ਹੋ, ਜਿੱਥੇ ਗੁਰਬਾਣੀ ਪੜ੍ਹਦੇ ਹੋ ਉੱਥੇ ਗੁਰੂ ਕੇ ਰਹਿਤਨਾਮੇ ਵੀ ਪੜ੍ਹਿਆ ਕਰੋ, ਗੁਰੂ ਕੀ ਮਰਿਆਦਾ ਵੀ ਪੜ੍ਹਿਆ ਕਰੋ। ਸਾਧ ਸੰਗਤ ਜੀ, ਪਹਿਲੀ ਗੱਲ ਹੈ ਅੱਜ ਕੱਲ ਗੁਰਬਾਣੀ ਨਹੀਂ ਪੜ੍ਹੀ ਜਾਂਦੀ ਬਹੁਤੀ। ਗੁਰਬਾਣੀ ਪੜ੍ਹਨੋਂ ਸਹਿਜੇ ਸਹਿਜੇ ਕਰਕੇ ਲੋਕ ਹਟ ਗਏ। ਤੇ ਸਾਧ ਸੰਗਤ ਜੀ, ਰਹਿਤ ਮਰਿਆਦਾ ਜਾਂ ਰਹਿਤਨਾਮੇ ਤਾਂ ਖੈਰ ਕੀ ਪੜ੍ਹਨੇ ਨੇ। ਰਹਿਤਨਾਮਿਆਂ ਬਾਰੇ ਬਹੁਤਿਆਂ ਨੂੰ ਪਤਾ ਹੀ ਕੋਈ ਨਹੀਂ ਹੋ ਕਿ ਰਹਿਤਨਾਮਿਆਂ ਦੇ ਅੰਦਰ ਸਤਿਗੁਰਾਂ ਨੇ ਕਿਹੜੇ ਕਿਹੜੇ ਬਚਨ ਆਖੇ ਨੇ। ਸਾਧ ਸੰਗਤ ਜੀ, ਗੁਰਬਾਣੀ ਵੀ ਜ਼ਰੂਰੀ ਹੈ, ਗੁਰੂ ਦਾ ਇਤਿਹਾਸ ਵੀ ਜ਼ਰੂਰੀ ਹੈ, ਰਹਿਤਨਾਮੇ ਵੀ ਜ਼ਰੂਰੀ ਨੇ। ਜੇ ਅਸੀਂ ਰਹਿਤਨਾਮੇ ਨਾ ਪੜਾਂਗੇ ਤਾਂ ਸਾਨੂੰ ਪਤਾ ਨਹੀਂ ਲੱਗਣਾ ਕਿ ਸਾਡੀ ਮਰਿਆਦਾ ਕੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਆਪਾਂ ਛਕਨੇ ਆ ਤੇ ਸਾਧ ਸੰਗਤ ਜੀ ਨੂੰ ਕਮਾਉਣਾ ਕਿੱਦਾਂ ਆ, ਉਹ ਰਹਿਤਨਾਮਿਆਂ ਦੇ ਅੰਦਰ ਲਿਖਿਆ ਹੋਇਆ ਹੈ। ਇਸ ਕਰਕੇ ਸਾਧ ਸੰਗਤ ਜੀ, ਆਪਾਂ ਬਾਣੀ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ਤੇ ਬਾਣੀ ਤੋਂ ਵੀ। ਜੇ ਸਾਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ, ਵਿਦਵਾਨਾਂ ਨੇ ਆਖਿਆ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਸਮਾਂ ਪਾ ਕੇ ਕਹਿੰਦਾ ਇਤਿਹਾਸ ਉਹਨਾਂ ਕੌਮਾਂ ਨੂੰ ਭੁੱਲ ਜਾਂਦਾ। ਜਿਹਨੂੰ ਇਹ ਨਹੀਂ ਪਤਾ ਕਿ ਮੇਰੇ ਦਾਦੇ ਦਾ ਕੀ ਨਾਂ ਸੀ, ਕੱਲ ਨੂੰ ਪਿਓ ਦਾ ਨਾਂ ਵੀ ਭੁੱਲ ਜਾਏਗਾ। ਫਿਰ ਅੰਸ ਬੰਸੀ ਖਤਮ, ਕਿਹਨਾਂ ਵਿੱਚ ਜੰਮਿਆ ਆ, ਕਿਹੜੀ ਕੁਲ ਵਿੱਚ ਜੰਮਿਆ ਆ, ਸਭ ਕੁਝ ਭੁੱਲ ਜਾਏਗਾ। ਤੇ ਗੁਰੂ ਪਿਆਰਿਓ, ਇਤਿਹਾਸ ਸਾਡੇ ਵਡੇਰਿਆਂ ਦਾ ਇਤਿਹਾਸ ਬੜਾ ਕੀਮਤੀ, ਬੜਾ ਅਨਮੁੱਲਾ ਇਤਿਹਾਸ ਹੈ। ਸਾਧ ਸੰਗਤ ਜੀ, ਸਿੱਖ ਇਤਿਹਾਸ ਵਰਗਾ ਨਾ ਕੋਈ ਇਤਿਹਾਸ ਦੁਨੀਆ ਤੇ ਹੋਇਆ ਤੇ ਨਾ ਕੋਈ ਹੋ ਸਕਦਾ ਹੈ। ਸਾਧ ਸੰਗਤ ਜੀ, ਕਲਗੀਆਂ ਵਾਲਾ ਸਤਿਗੁਰੂ ਨਾ ਕਿਸ ਨੂੰ ਮਿਲਿਆ ਤੇ ਨਾ ਕਿਸੇ ਹੋਰ ਨੂੰ ਮਿਲ ਸਕਦਾ। ਜਿਹੜੀ ਦਾਤ ਸਾਨੂੰ ਮਿਲ ਗਈ ਹੈ ਨਾ, ਕਲਗੀਧਰ ਪਿਤਾ ਮਹਾਰਾਜ ਸਾਨੂੰ ਗੁਰੂ ਦੇ ਰੂਪ ਵਿੱਚ ਮਿਲੇ ਨੇ। ਸਾਧ ਸੰਗਤ ਜੀ, ਇਹੋ ਜਿਹੀ ਅਨਮੋਲ ਦਾਤ ਮਿਲ ਸਕਦੀ ਹੈ ਜਿਨ੍ਹਾਂ ਨੇ ਇਹ ਬਚਨ ਕਹਿ ਦਿੱਤੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਚਾਰ ਮੂਏ ਤੋਂ ਕਿਆ ਭਇਆ ਜੀਵਤ। ਆਪਣੇ ਸਾਧ ਸੰਗ ਜਿਗਰ ਦੇ ਟੋਟੇ ਸਾਡੇ ਵਾਸਤੇ ਵਾਰ ਦਿੱਤੇ।
ਇਹੋ ਜਿਹਾ ਗੁਰੂ ਕਿਤੇ ਲੱਭਣਾ ਆ। ਤੇ ਗੁਰੂ ਪਿਆਰਿਓ, ਆਪਾਂ ਇਹੋ ਜਿਹੇ ਸਤਿਗੁਰੂ, ਸੂਰਬੀਰ, ਸਰਬੰਸ ਦਾਨੀ, ਸ਼ਮਸ਼ੇਰੇ ਬਹਾਦਰ, ਤਿਨਾਂ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ। ਮਹਾਂਪੁਰਖਾਂ ਨੇ ਕਿਰਪਾ ਕੀਤੀ ਤੇ ਗੁਰਮਤਿ ਵਿਚਾਰ ਦੇ ਸਾਰੇ ਹੀ ਸਿੰਘਾਂ ਨੇ ਉਪਰਾਲਾ ਕੀਤਾ। ਸੋ ਸਤਿਗੁਰੂ ਕਿਰਪਾ ਕਰਨ, ਸਾਰੇ ਹੀ ਸਿੰਘਾਂ ਦੀ ਕੀਤੀ ਹੋਈ ਸੇਵਾ ਮਹਾਰਾਜ ਜੀ ਥਾਏ ਪਾਣ ਤੇ ਇਸੇ ਤਰ੍ਹਾਂ ਇਹ ਸਾਰੇ ਸਿੰਘ ਉਦਮ ਉਪਰਾਲਾ ਕਰਦੇ ਰਹਿਣ। ਤੇ ਸਾਧ ਸੰਗਤ ਜੀ, ਮਹਾਂਪੁਰਖ ਪਹੁੰਚ ਚੁੱਕੇ ਹਨ। ਸੰਤ ਬਾਬਾ ਸੁਰਜਨ ਸਿੰਘ ਜੀ ਮਹਾਂਪੁਰਖਾਂ ਦੇ ਸੇਵਾਦਾਰ, ਬੜੀ ਕਿਰਪਾ ਹੈ। ਤੇ ਸਾਧ ਸੰਗਤ ਜੀ, ਆਪ ਜੀਆਂ ਨੂੰ ਹੁਣ ਕੁਝ ਸਮਾਂ ਕਥਾ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ। ਮੈਂ ਬੇਨਤੀ ਕਰਾਂਗਾ ਕਿ ਮਹਾਂਪੁਰਖਾਂ ਨੂੰ ਕਿ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਸੰਤ ਬਾਬਾ ਸੁਰਜਨ ਸਿੰਘ ਜੀ। ਤੇ ਫਿਰ ਉਸ ਤੋਂ ਉਪਰੰਤ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਵੀ ਸਮਾਂ ਹੈ। ਤੇ ਗੁਰੂ ਪਿਆਰਿਓ, ਆਪ ਜੀਆਂ ਨੇ ਮਹਾਂਪੁਰਖਾਂ ਦੇ ਬਚਨ ਸਰਵਣ ਕਰਕੇ, ਗੁਰਬਾਣੀ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣਾ ਹੈ। ਸੋ ਇਤਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ। ਗੁਰੂ ਕਾ ਇਤਿਹਾਸ ਅਗਾਧ ਬਹੁਤ ਹੈ, ਲੰਮੇਰਾ ਹੈ। ਸੋ ਸਾਧ ਸੰਗਤ ਜੀ, ਇਤਨਾ ਕੁ ਸਮਾਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।